जी का खालसा वाहिगुरु जी की फतेह। सिੱਖੀ सवाल जवाब ਗੁਰਮਤ ਕੁਐਸਚਨ ਆਨਸਰ ਸੀਰੀਜ਼ ਦੇ ਅੰਦਰ ਅਸੀਂ ਆਪਣੀ ਸੰਗਤ ਨੂੰ ਜੀ ਆਇਆਂ ਨੂੰ ਕਰਨੇ ਆ ਤੇ ਅੱਜ ਦਾ ਸਵਾਲ ਹੈ ਸਾਡਾ ਕਿ ਸਿੱਖੀ ਸਰੂਪ ਕੀ ਹੈ ਤੇ ਇਸ ਦੀ ਮਹੱਤਤਾ ਉਸ ਸਮੇਂ ਕੀ ਸੀ ਤੇ ਅੱਜ ਦੇ ਦੌਰ ਵਿੱਚ ਸਿੱਖੀ ਸਰੂਪ ਦੀ ਕੀ ਮਹੱਤਤਾ ਹੈ। The question for today is, what is Sikhi Swaroop and what is its importance and relevance at that time when it was being formed and now in today's day and age? ਸਾਨੂੰ ਇਹ ਜਵਾਬ ਸਾਡੇ ਭਾਈ ਸਾਹਿਬ ਜੀ ਭਾਈ ਜਸਪ੍ਰੀਤ ਸਿੰਘ ਜੀ ਦੇਣਗੇ। ਭਾਈ ਸਾਹਿਬ ਜੀ, ਅੱਜ ਦਾ ਸਵਾਲ ਤੁਹਾਡੇ ਵਾਸਤੇ ਹੈ ਵੇ। ਥੈਂਕ ਯੂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖੀ ਸਰੂਪ ਆਪ ਜੀ ਨੇ ਜੋ ਕੁਐਸਚਨ ਪੁੱਛਿਆ ਹੈ ਕੀ ਹੈ ਤੇ ਇਹਦੀ ਅੱਜ ਦੇ ਸਮੇਂ ਦੇ ਵਿੱਚ ਕੀ ਮਹੱਤਤਾ ਹੈ। ਸਭ ਤੋਂ ਪਹਿਲਾਂ ਤੇ ਸਿੱਖੀ ਸਰੂਪ ਜੋ ਆਪ ਜੀ ਨੇ ਕੁਐਸਚਨ ਪੁੱਛਿਆ ਹੈ, ਸਿੱਖੀ ਔਰ ਸਰੂਪ, ਇਹਦੇ ਵਿੱਚ ਹੀ ਦੋ ਵਰਡ ਛੁਪੇ ਹੋਏ ਹਨ। ਸਿੱਖੀ ਦਾ ਅਰਥ ਹੁੰਦਾ ਹੈ ਜੀ ਗੁਰੂ ਨਾਨਕ ਸਾਹਿਬ ਜੀ ਦੀ ਪੱਧਤੀ, ਉਹ ਪੱਧਤੀ ਜੋ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਦੁਨੀਆ ਨੂੰ ਦਿੱਤੀ, ਇੱਕ ਰਸਤਾ ਦਿੱਤਾ ਜਿਸ ਰਸਤੇ ਦੇ ਉੱਤੇ ਤੁਰਨ ਦਾ ਉਪਦੇਸ਼ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤਾ ਔਰ ਇਹ ਕਿਹਾ ਕਿ ਇਸ ਰਸਤੇ ਦੇ ਉੱਤੇ ਤੁਰ ਕੇ ਕੋਈ ਵੀ ਇਨਸਾਨ, ਕੋਈ ਵੀ ਮਨੁੱਖ ਪਰਮਾਤਮਾ ਨੂੰ ਪ੍ਰਾਪਤ ਕਰ ਸਕਦਾ ਹੈ। ਫਿਰ ਸਿੱਖੀ ਦਾ ਇੱਕ ਅਰਥ ਇਹ ਵੀ ਹੈ ਸਿੱਖਿਆ ਨੂੰ ਧਾਰਨ ਕਰਨ ਦੀ ਕਿਰਿਆ, ਕਿ ਜਦੋਂ ਕੋਈ ਸਿੱਖਿਆ ਨੂੰ ਧਾਰਨ ਕਰਦਾ ਹੈ ਤੇ ਉਸ ਕਿਰਿਆ ਨੂੰ ਵੀ ਅਸੀਂ ਸਿੱਖੀ ਆਖਦੇ ਹਾਂ। ਦੂਸਰਾ ਵਰਡ ਹੈ ਜੀ ਸਰੂਪ। ਸਰੂਪ ਵਿੱਚ ਦੋ ਸ਼ਬਦ ਛੁਪੇ ਹੋਏ ਹਨ, ਸ ਪਲਸ ਰੂਪ। ਸ ਦਾ ਅਰਥ ਹੁੰਦਾ ਹੈ ਉਹੀ ਔਰ ਰੂਪ ਦਾ ਅਰਥ ਹੁੰਦਾ ਹੈ ਸ਼ਕਲ। ਸਰੂਪ ਦਾ ਅਰਥ ਹੋ ਗਿਆ ਉਹੀ ਸ਼ਕਲ। ਹੁਣ ਸਵਾਲ ਆਏਗਾ ਵੀ ਕਿਹੜੀ ਸ਼ਕਲ, ਕਿਹੜਾ ਰੂਪ? ਉਹ ਰੂਪ ਜਿਹੜਾ ਕਿ ਗੁਰੂਆਂ ਦਾ ਹੈ, ਉਹ ਰੂਪ ਜਿਹੜਾ ਕਿ ਅਕਾਲ ਪੁਰਖ ਦਾ ਅਸਾਂ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਵੇਖਿਆ ਹੈ, ਉਹ ਰੂਪ ਜਿਹੜਾ ਸਾਡੇ ਗੁਰੂਆਂ ਨੇ ਸਾਨੂੰ ਬਖਸ਼ਿਸ਼ ਕੀਤਾ। ਤੋ ਸਿੱਖੀ ਸਰੂਪ ਦਾ ਅਰਥ ਇਹ ਬਣ ਗਿਆ ਉਹ ਰੂਪ ਜੋ ਕਿ ਸਾਡੇ ਗੁਰੂਆਂ ਦਾ ਸੀ, ਉਹ ਸ਼ਕਲ, ਉਹ ਬਾਹਰਲੀ ਦਿੱਖ ਜੋ ਸਾਡੇ ਗੁਰੂਆਂ ਦੀ ਸੀ, ਉਹ ਰੂਪ, ਔਰ ਉਹਨੂੰ ਜੇ ਅਸੀਂ ਧਾਰਨ ਕਰਾਂਗੇ, ਉਹਨੂੰ ਜੇ ਅਸੀਂ ਉਸ ਰੂਪ ਨੂੰ ਬਣਾ ਲਵਾਂਗੇ, ਉਹ ਰੂਪ ਅਸੀਂ ਜੇ ਆਪਣੇ ਜੀਵਨ ਵਿੱਚ ਅਪਣਾ ਲਵਾਂਗੇ ਤੇ ਇਹਦੇ ਲਿਟਰਲ ਮੀਨਿੰਗ ਹੋ ਜਾਣਗੇ ਕਿ ਅਸੀਂ ਸਿੱਖੀ ਸਰੂਪ ਦੇ ਧਾਰਨੀ ਹੋ ਗਏ। ਹੁਣ ਇਹ ਸਰੂਪ ਕਦੋਂ ਸੰਸਾਰ ਵਿੱਚ ਆਇਆ? ਕਿ ਇਸ ਤੋਂ ਪਹਿਲਾਂ ਵੀ ਇਹ ਸਰੂਪ ਸੀ? ਬਿਲਕੁਲ। ਲੋਕੀ ਪੁਰਾਤਨ ਸਮੇਂ ਵਿੱਚ ਅਗਰ ਆਪ ਵੇਖੋਗੇ ਤੇ ਲੋਕ ਸਨ ਜਿਹੜੇ, ਉਹ ਪੁਰਾਤਨ ਸਮੇਂ ਦੇ ਵਿੱਚ ਜੋ ਉਹਨਾਂ ਨੂੰ ਕੁਦਰਤ ਨੇ ਰੂਪ ਦਿੱਤਾ ਸੀ, ਜਿਸ ਤਰ੍ਹਾਂ ਕੁਦਰਤ ਦੇ ਨਿਯਮਾਂ ਅਨੁਸਾਰ ਜਿਹੜਾ ਰੂਪ ਉਹਨਾਂ ਨੂੰ ਪ੍ਰਾਪਤ ਹੋਇਆ ਸੀ ਉਸ ਨੂੰ ਸੰਭਾਲਿਆ ਕਰਦੇ ਸਨ। ਪਰ ਇਹ ਵੀ ਨਾਲ ਵੇਖਿਆ ਜਾਂਦਾ ਸੀ ਕਿ ਬਹੁਤੇ ਲੋਕ ਉਸ ਰੂਪ ਨੂੰ ਸਹੀ ਤਰੀਕੇ ਦੇ ਨਾਲ ਸੰਭਾਲਦੇ ਨਹੀਂ ਸਨ, ਮੁੰਡਨ ਕਰ ਦਿੰਦੇ ਸਨ ਔਰ ਆਪਣੇ ਸਿਰ ਦੇ ਸਾਰੇ ਜਿਹੜੇ ਕੇਸ ਇਤਿਆਦ ਸਨ, ਮੂੰਹ ਦੇ ਉੱਤੇ ਜੋ ਦਾੜਾ ਸੀ, ਮੁੱਛਾਂ ਸੀ, ਇਹੀ ਸਰੂਪ ਹੈ ਨਾ ਸਾਡਾ, ਇਸ ਨੂੰ ਤਿਲਾਂਜਲੀ ਦੇ ਦਿੱਤਾ, ਇਹਨੂੰ ਉਹ ਲੋਕ ਛੱਡ ਦਿੰਦੇ ਸਨ। ਪਰੰਤੂ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਜਦੋਂ ਸੰਸਾਰ ਵਿੱਚ ਆਏ, ਉਹਨਾਂ ਨੇ ਸੰਸਾਰ ਦੇ ਵਿੱਚ, ਬਾਕੀ ਗੁਰੂ ਸਾਹਿਬਾਨਾਂ ਨੇ ਵੀ ਸੰਸਾਰ ਦੇ ਵਿੱਚ ਜਦੋਂ ਅਕਾਲ ਪੁਰਖ ਦੀ ਵਿਆਖਿਆ ਕੀਤੀ ਤੇ ਉੱਥੇ ਇੱਕ ਬੋਲ ਸਤਿਗੁਰੂ ਜੀ ਨੇ ਆਖਿਆ ਸੀ, ਸਤਿਗੁਰੂ ਜੀ ਬੋਲ ਆਖਦੇ ਸਨ ਕਿ ਉਹ ਜਿਹੜਾ ਪਰਮਾਤਮਾ ਹੈ ਉਹ ਕੇਸ਼ਵ ਹੈ। ਕੇਸ਼ਵ ਨਾਮ ਤੇ ਪਹਿਲੇ ਤੋਂ ਚੱਲਦਾ ਆ ਰਿਹਾ ਸੀ। ਫਿਰ ਉਹਦੇ ਸਰੂਪ ਬਾਰੇ ਦੱਸਿਆ ਗਿਆ, ਸੋਹਣੇ ਨੱਕ ਜਿਨ ਲੰਮੜੇ ਵਾਲਾ, ਪਰਮਾਤਮਾ ਦੇ ਵਾਲ ਬੜੇ ਲੰਮੇ ਹਨ। ਫਿਰ ਕਿਹਾ ਗਿਆ ਖੂਬ ਤੇਰੀ ਪਗੜੀ ਮਿੱਠੇ ਤੇਰੇ ਬੋਲ, ਕਿ ਪਰਮਾਤਮਾ ਦਸਤਾਰਧਾਰੀ ਵੀ ਹੈ, ਪਗੜੀ ਵੀ ਸਜਾਉਂਦਾ ਹੈ। ਇਹ ਸਾਰੇ ਰੂਪ ਪਰਮਾਤਮਾ ਦੇ ਮਿਥੇ ਗਏ, ਇਹ ਸਾਰੇ ਰੂਪ ਪਰਮਾਤਮਾ ਦੇ ਮੰਨੇ ਗਏ ਕਿ ਪਰਮਾਤਮਾ ਨੂੰ ਅਗਰ ਸੱਚਮੁੱਚ ਕਦੀ ਕੋਈ ਵੇਖੇ ਔਰ ਮਨੁੱਖੀ ਰੂਪ ਵਿੱਚ ਜੇ ਉਹਦੀ ਵਿਆਖਿਆ ਕਰਨੀ ਹੋਵੇ ਤੇ ਮਨੁੱਖੀ ਰੂਪ ਵਿੱਚ ਉਸ ਪਰਮਾਤਮਾ ਦੀ ਵਿਆਖਿਆ ਇਹ ਹੋਵੇਗੀ ਕਿ ਪਰਮਾਤਮਾ ਨੇ ਪਗੜੀ ਵੀ ਬੰਨੀ ਹੋਈ ਹੈ, ਪਰਮਾਤਮਾ ਦੇ ਜਿਹੜੇ ਵਾਲ ਹਨ ਉਹ ਵੀ ਬਹੁਤ ਲੰਬੇ ਹਨ, ਭਾਵ ਪਰਮਾਤਮਾ ਕੇਸਾਧਾਰੀ ਹੈ। ਉਂਝ ਵੀ ਤੁਸੀਂ ਵੇਖੋਗੇ ਜਦੋਂ ਕਿਸੇ ਬੱਚੇ ਦਾ ਜਨਮ, ਮਨੁੱਖ ਦੇ ਬੱਚੇ ਦਾ ਜਨਮ ਸੰਸਾਰ ਵਿੱਚ ਹੁੰਦਾ ਹੈ, ਜੇਕਰ ਉਹਨੂੰ ਬਿਲਕੁਲ ਉਸੇ ਤਰੀਕੇ ਦੇ ਨਾਲ ਬਿਨਾਂ ਛੇੜਛਾੜ ਅਸੀਂ ਉਸੇ ਤਰੀਕੇ ਨਾਲ ਉਹਦੀ ਪਰਵਰਿਸ਼ ਕਰੀਏ ਤੇ ਸੁਭਾਵਕ ਹੀ ਉਹਦੇ ਕੇਸ ਵੀ ਵਧਣਗੇ, ਉਹਦੇ ਮੂੰਹ ਤੇ ਦਾੜੀ ਔਰ ਮੁੱਛ ਵੀ ਆਏਗੀ, ਜੋ ਸਰੂਪ ਸਤਿਗੁਰੂ ਜੀ ਨੇ ਸਾਨੂੰ ਬਖਸ਼ਿਸ਼ ਕੀਤਾ ਹੈ, ਭਾਵ ਉਹ ਸਰੂਪ ਆਪਣੇ ਆਪ ਕੁਦਰਤੀ ਤੌਰ ਤੇ ਬਣ ਜਾਏਗਾ।
ਪਰ ਇਸ ਸਰੂਪ ਨੂੰ ਵਿਗਾੜਨ ਵਾਸਤੇ ਕੀ ਕਰਨਾ ਹੋਵੇਗਾ? ਮਨੁੱਖ ਆਪਣੇ ਮੂੰਹ ਤੋਂ ਕੇਸ, ਦਾੜੀ ਔਰ ਮੁੱਛਾਂ ਨੂੰ ਇਤਿਆਦ ਆਪਣੇ ਰੋਮਾਂ ਦੀ ਬੇਦਬੀ ਕਰਕੇ ਇਸ ਸਰੂਪ ਨੂੰ ਆਪ ਵਿਗਾੜ ਦਿੰਦਾ ਹੈ। ਤੋ ਸਿੱਖੀ ਸਰੂਪ ਤੋਂ ਤਾਤਪਰਯ ਇਹ ਉਹੀ ਰੂਪ, ਉਹੀ ਸ਼ਕਲ, ਉਹੀ ਦਿੱਖ ਜੋ ਕਿ ਸਾਡੇ ਗੁਰੂਆਂ ਨੇ ਸਾਨੂੰ ਬਖਸ਼ਿਸ਼ ਕੀਤੀ ਹੈ। ਤੇ ਅੱਜ ਦੇ ਸਮੇਂ ਵਿੱਚ ਵੀ ਔਰ ਪੁਰਾਤਨ ਸਮੇਂ ਦੇ ਵਿੱਚ ਵੀ ਇਹਦੀ ਮਹਾਨਤਾ ਇਹ ਹੈ ਕਿ ਜੇਕਰ ਅਸੀਂ ਬਿਲਕੁਲ ਇਹ ਰੂਪ ਬਣਾ ਕੇ ਰੱਖਾਂਗੇ ਤੇ ਪਰਮਾਤਮਾ ਦੀ ਰਜ਼ਾ ਵਿੱਚ ਤੁਰਨਾ, ਸਿੱਖੀ ਸਰੂਪ ਨੂੰ ਸੰਭਾਲਣਾ, ਪਰਮਾਤਮਾ ਦੀ ਰਜ਼ਾ ਵਿੱਚ ਤੁਰਨਾ ਹੈ। ਇੰਪੋਰਟੈਂਸ ਇਹ ਹੈ ਇਹਦੀ ਕਿ ਅਸੀਂ ਸਿੱਖੀ ਸਰੂਪ ਨੂੰ ਸੰਭਾਲ ਕਰਕੇ ਅਸੀਂ ਇੱਕ ਤਰੀਕੇ ਨਾਲ ਪਰਮਾਤਮਾ ਦੀ ਰਜ਼ਾ ਵਿੱਚ ਤੁਰ ਰਹੇ ਹਾਂ। ਬਈ ਜਿਹੜਾ ਰੂਪ ਉਹਨੇ ਸਾਨੂੰ ਦਿੱਤਾ ਸੀ, ਅਸੀਂ ਉਸ ਰੂਪ ਨੂੰ ਕਿਸੇ ਤਰੀਕੇ ਦੇ ਨਾਲ ਵਿਗਾੜਿਆ ਨਹੀਂ, ਅਸਾਂ ਨੇ ਸਗੋਂ ਉਸ ਰੂਪ ਨੂੰ ਸੰਭਾਲ ਕੇ ਰੱਖਿਆ। ਮੈਂ 2-4 ਉਦਾਹਰਣਾਂ ਇਤਿਹਾਸ ਤੋਂ ਤੁਹਾਡੇ ਨਾਲ ਸਾਂਝੀਆਂ ਜ਼ਰੂਰ ਕਰਾਂਗਾ। ਜਿਸ ਦਿਨ ਭਾਈ ਸਾਹਿਬ ਭਾਈ ਮਰਦਾਨਾ ਜੀ ਗੁਰੂ ਨਾਨਕ ਦੇਵ ਜੀ ਦੇ ਕੋਲ ਆਏ ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਭਾਈ ਮਰਦਾਨਾ ਜੀ ਨੂੰ ਇੱਕ ਗੱਲ ਕਹੀ ਸੀ ਕਿ ਮਰਦਾਨਿਆ, ਅੱਜ ਤੋਂ ਬਾਅਦ ਕਦੀ ਵੀ ਤੂੰ ਕੇਸਾਂ ਦੀ ਬੇਦਬੀ ਨਹੀਂ ਕਰਨੀ। ਕੁਝ ਉਪਦੇਸ਼ ਦਿੱਤੇ ਸਨ, ਅੱਜ ਤੋਂ ਬਾਅਦ ਕਦੀ ਤਮਾਕੂ ਦੀ ਵਰਤੋਂ ਨਹੀਂ ਕਰਨੀ, ਬਲਕਿ ਆਏ ਗਏ ਦੀ ਘਰ ਵਿੱਚ ਸੇਵਾ ਕਰੀ ਔਰ ਸਤਨਾਮ ਦਾ ਜਾਪ ਜਪੀ। ਇਹ ਇੱਕ ਮੁੱਢਲਾ ਉਪਦੇਸ਼ ਹੁੰਦਾ ਸੀ। ਜਦੋਂ ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਕੋਈ ਵੀ ਜਦੋਂ ਆ ਕੇ ਆਖਦਾ ਸੀ ਕਿ ਪਾਤਸ਼ਾਹ ਮੈਂ ਤੁਹਾਡਾ ਸ਼ਿష్य ਬਣਨਾ ਚਾਹੁੰਦਾ ਹਾਂ, ਮੈਂ ਤੁਹਾਡਾ ਸੇਵਕ ਬਣਨਾ ਚਾਹੁੰਦਾ ਹਾਂ, ਮੈਂ ਤੁਹਾਡਾ ਉਪਦੇਸ਼ ਗ੍ਰਹਿਣ ਕਰਨਾ ਚਾਹੁੰਦਾ ਹਾਂ, ਤੇ ਸਤਿਗੁਰੂ ਜੀ ਉਹਨੂੰ ਇਹ ਉਪਦੇਸ਼ ਦਿਆ ਕਰਦੇ ਸਨ। ਬਈ ਮੁੱਢਲੇ ਉਪਦੇਸ਼ ਸਨ, ਬੁਨਿਆਦੀ ਉਪਦੇਸ਼, ਕਿ ਇੱਕ ਤੇ ਕੇਸਾਂ ਦੀ ਬੇਦਬੀ ਨਹੀਂ ਕਰਨੀ ਬਿਲਕੁਲ ਵੀ, ਦੂਸਰਾ ਤਮਾਕੂ ਦੀ ਵਰਤੋਂ ਨਹੀਂ ਕਰਨੀ, ਤੀਸਰਾ ਸਤਨਾਮ ਦਾ ਜਾਪ ਕਰਨਾ ਹੈ ਔਰ ਆਏ ਗਏ ਦੀ ਸੇਵਾ ਕਰਨੀ ਹੈ। ਇਹ ਸਿੱਖੀ ਦੇ ਬੁਨਿਆਦੀ ਉਪਦੇਸ਼ ਸਨ। ਤੇ ਇਹਨਾਂ ਉਪਦੇਸ਼ਾਂ ਵਿੱਚ ਸਭ ਤੋਂ ਪਹਿਲਾਂ ਅਗਰ ਆਪ ਉਪਦੇਸ਼ ਵੇਖੋਗੇ ਕਿ ਆਪਣੇ ਰੂਪ ਨੂੰ ਨਹੀਂ ਵਿਗਾੜਨਾ, ਆਪਣੇ ਸਵਰੂਪ ਦੇ ਨਾਲ ਛੇੜਛਾੜ ਨਹੀਂ ਕਰਨੀ। ਪਰ ਅਜੋਕੇ ਸਮੇਂ ਵਿੱਚ ਅਸੀਂ ਵੇਖਦੇ ਹਾਂ ਕਿ ਸਮਾਜ ਦੇ ਵਿੱਚ, ਸਾਡੇ ਸਿੱਖ ਸਮਾਜ ਦੇ ਵਿੱਚ ਹੀ ਫੈਸ਼ਨ ਦੇ ਨਾਮ ਤੇ ਅਸੀਂ ਕਹਿ ਲਈਏ, ਜਾਂ ਫਿਰ ਅਸੀਂ ਆਖ ਦਈਏ ਕਿ ਸਮਾਜ ਦੇ ਹੋਰ ਤਬਕਿਆਂ ਨੂੰ ਵੇਖ ਕੇ, ਹੋਰ ਲੋਕਾਂ ਨੂੰ ਵੇਖ ਕੇ ਤੇ ਇਸ ਸਰੂਪ ਨੂੰ ਤਿਲਾਂਜਲੀ ਦੇ ਦਿੱਤੀ ਜਾਂਦੀ ਹੈ। ਠੀਕ ਹੈ ਜੀ, ਕੇਸਾਂ ਦੀ ਬੇਦਬੀ ਕਰਨੀ ਸ਼ੁਰੂ ਕਰ ਦਿੰਦੇ ਹਨ। ਹੁਣ ਕੇਸਾਂ ਦੀ ਬੇਦਬੀ ਕੇਵਲ ਕੱਟਣਾ ਨਹੀਂ ਕੇਸਾਂ ਨੂੰ, ਬਲਕਿ ਕਿਸੇ ਤਰੀਕੇ ਨਾਲ ਰੰਗਣਾ ਵੀ ਕੇਸਾਂ ਦੀ ਬੇਦਬੀ ਹੈ। ਠੀਕ ਹੈ, ਸਰੀਰ ਦੇ ਕਿਸੇ ਵੀ ਹਿੱਸੇ ਦੇ ਉੱਤੇ ਰੋਮਾਂ ਦੀ ਬੇਦਬੀ ਕਰਨੀ ਇੱਕ ਤਰੀਕੇ ਨਾਲ ਉਸ ਸਰੂਪ ਦਾ ਅਸੀਂ ਨਿਰਾਦਰ ਕਰ ਰਹੇ ਹਾਂ, ਅਸੀਂ ਉਸ ਸਰੂਪ ਨੂੰ ਤਿਲਾਂਜਲੀ ਦੇ ਰਹੇ ਹਾਂ, ਉਸ ਮਾਲਕ ਦੀ ਰਜ਼ਾ ਤੋਂ ਅਸੀਂ ਬਾਹਰ ਹੋ ਰਹੇ ਹਾਂ। ਇੱਕ ਘਟਨਾ ਆਉਂਦੀ ਹੈ ਦਸ਼ਮੇਸ਼ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਜੀਵਨ ਦੇ ਵਿੱਚ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਕੋਲ ਇੱਕ ਦਿਨ ਇੱਕ ਸਿੱਖ ਨੇ ਆ ਕੇ ਇਹ ਆਪਣੇ ਅੰਦਰ ਦੀ ਭਾਵਨਾ ਰੱਖੀ, ਕਹਿਣ ਲੱਗਾ, ਪਾਤਸ਼ਾਹ ਮੈਂ ਬੜੇ ਦੂਰ ਰਹਿੰਦਾ ਹਾਂ, ਜਿੱਥੇ ਤੁਹਾਡੇ ਕੋਲੋਂ ਤੁਹਾਡੇ ਤੱਕ ਪਹੁੰਚਣ ਦੇ ਵਿੱਚ ਬੜੇ ਦਿਨ ਲੱਗ ਜਾਂਦੇ ਹਨ, ਤੇ ਜਿਸ ਜਗ੍ਹਾ ਤੇ ਮੈਂ ਰਹਿੰਦਾ ਹਾਂ ਉੱਥੇ ਆਲੇ ਦੁਆਲੇ ਸਿੱਖਾਂ ਦੀ ਆਬਾਦੀ ਨਹੀਂ, ਤੇ ਕਦੀ ਤੁਹਾਡੇ ਦੀਦਾਰ ਕਰਨੇ ਹੋਣ, ਤੁਹਾਡੇ ਤੱਕ ਆਣਾ ਹੋਵੇ, ਮਨ ਵਿੱਚ ਤੜਪ ਆਉਂਦੀ ਹੈ ਤੇ ਮੈਨੂੰ ਬੜੇ ਦਿਨ ਲੱਗ ਜਾਂਦੇ ਹਨ। ਕੋਈ ਐਸੀ ਜੁਗਤੀ ਹੈ ਤੁਹਾਡੇ ਕੋਲ ਕਿ ਮੇਰਾ ਤੁਹਾਡੇ ਦਰਸ਼ਨ ਕਰਨ ਦਾ ਜੀ ਕਰੇ ਤੇ ਦਰਸ਼ਨਾਂ ਦੀ ਤਾਂਘ ਇੱਕਦਮ ਪੂਰੀ ਹੋ ਜਾਵੇ? ਗੁਰੂ ਸਾਹਿਬ ਜੀ ਨੇ ਉਹਨੂੰ ਇੱਕ ਜੁਗਤੀ ਸਿਖਾ ਦਿੱਤੀ। ਗੁਰੂ ਗੋਬਿੰਦ ਸਿੰਘ ਜੀ ਨੇ, ਸਤਿਗੁਰੂ ਨੇ ਕਿਹਾ ਤੇ ਸਿੱਖਾ, ਜੇ ਤੂੰ ਸੱਚਮੁੱਚ ਮੇਰੇ ਦਰਸ਼ਨ ਕਰਨਾ ਚਾਹੁੰਦਾ ਹੈ ਤੇ ਆਪਣੇ ਘਰ ਦੇ ਵਿੱਚ 5 ਤਿਆਰ ਬਰ ਤਿਆਰ, ਪੂਰਨ ਬਾਣੇ ਦੇ ਵਿੱਚ ਤਿਆਰ ਬਰ ਤਿਆਰ 5 ਸਿੰਘਾਂ ਨੂੰ ਆਪਣੇ ਘਰ ਵਿੱਚ ਸੱਦ ਲਵੀਂ। ਜਦੋਂ 5 ਸਿੰਘ ਤੇਰੇ ਘਰ ਦੇ ਵਿੱਚ ਆ ਜਾਣਗੇ ਤੇ ਉਹਨਾਂ 5 ਦੇ ਵਿੱਚੋਂ ਮੇਰੇ ਦੀਦਾਰ ਤੈਨੂੰ ਹੋਣਗੇ, ਕਿਉਂਕਿ 5 ਸਿੰਘਾਂ ਦੇ ਵਿੱਚ ਮੇਰਾ ਵਾਸਾ ਹੈ। ਉਹ ਸਿੱਖ ਕਹਿਣ ਲੱਗਾ, ਪਾਤਸ਼ਾਹ ਜਿੱਥੇ ਮੈਂ ਰਹਿੰਦਾ ਹਾਂ ਉੱਥੇ ਸਿੱਖਾਂ ਦੀ ਗਿਣਤੀ ਬੜੀ ਘੱਟ ਹੈ, ਕਈ ਵਾਰ 5 ਤਿਆਰ ਬਰ ਤਿਆਰ ਸਿੰਘ ਵੀ ਨਹੀਂ ਮਿਲਦੇ। ਸਤਿਗੁਰੂ ਨੇ ਕਿਹਾ 4 ਲੈ ਆਵੀਂ, 3 ਲੈ ਆਵੀਂ, 2 ਲੈ ਆਵੀਂ, 2 ਵੀ ਨਾ ਮਿਲੇ 1 ਲੈ ਆਵੀਂ। ਉਹਨੇ ਅੱਗੋਂ ਕਿਹਾ, ਪਾਤਸ਼ਾਹ ਜੇ 1 ਵੀ ਨਾ ਮਿਲੇ ਫਿਰ ਕੀ ਕਰਾਂ? ਹੁਣ ਦੇਖੋ ਗੱਲ ਸਮਝਣਾ, ਖਾਲਸਾ ਮੇਰੋ ਰੂਪ ਹੈ ਖਾਸ, ਰੂਪ ਦੀ ਗੱਲ। ਸਤਿਗੁਰੂ ਨੇ ਕਿਹਾ, ਫਿਰ ਸਿੱਖਾ ਖੁਦ ਤਿਆਰ ਬਰ ਤਿਆਰ ਹੋ ਕੇ ਆਈਨੇ ਦੇ ਸਨਮੁਖ ਖਲੋ ਜਾਵੀਂ। ਆਈਨੇ ਦੇ ਸਾਹਮਣੇ ਜਦੋਂ ਖਲੋ ਕੇ ਆਪਣੇ ਆਪ ਨੂੰ ਵੇਖੇਗਾ, ਤੈਨੂੰ ਤੇਰੇ ਵਿੱਚੋਂ ਹੀ ਮੇਰਾ ਦੀਦਾਰ ਹੋਵੇਗਾ। ਇਹ ਸਿੱਖੀ ਸਰੂਪ ਦੀ ਮਹੱਤਤਾ ਹੈ ਉਸ ਸਮੇਂ ਵਿੱਚ ਵੀ ਤੇ ਅੱਜ ਦੇ ਸਮੇਂ ਦੇ ਵਿੱਚ ਵੀ, ਕਿ ਗੁਰੂ ਨੇ ਇਹ ਆਖ ਦਿੱਤਾ ਕਿ ਹਰ ਸਿੱਖ ਦੇ ਵਿੱਚ ਮੇਰਾ ਵਾਸਾ ਹੈ। ਸਿੱਖ ਖੁਦ ਜਦੋਂ ਮੇਰੇ ਵਾਲਾ ਰੂਪ ਬਣਾਏਗਾ, ਸਿੱਖ ਕੇਸਾਧਾਰੀ ਹੋਏਗਾ, ਸਿੱਖ ਦਸਤਾਰਧਾਰੀ ਹੋਏਗਾ, ਸਿੱਖ ਜਦੋਂ ਗੁਰੂ ਦਾ ਦਿੱਤਾ ਹੋਇਆ ਸਵਰੂਪ ਉਹੀ ਸ਼ਕਲ ਅਪਣਾਏਗਾ ਜਿਹੜੀ ਉਹਦੇ ਗੁਰੂ ਨੇ ਉਹਨੂੰ ਦਿੱਤੀ ਹੈ, ਤੇ ਭਾਵੇਂ ਉਹਨੂੰ ਹੋਰ ਸਿੱਖ ਨਹੀਂ ਪਏ ਲੱਭਦੇ, ਪਰ ਜਦੋਂ ਉਹ
ਦਰਪਣ ਦੇ ਅੱਗੇ, ਆਈਨੇ ਦੇ ਅੱਗੇ ਖਲੋ ਕੇ ਆਪਣੇ ਆਪ ਨੂੰ ਵੇਖੇਗਾ, ਉਹਨੂੰ ਆਪਣੇ ਆਪ ਦੇ ਵਿੱਚੋਂ ਵੀ ਗੁਰੂ ਦੇ ਦੀਦਾਰ ਹੋਣਗੇ, ਗੁਰੂ ਦੇ ਦਰਸ਼ਨ ਹੋਣਗੇ। ਇਤਨੀ ਵੱਡੀ ਮਹੱਤਤਾ ਹੈ ਸਿੱਖੀ ਸਰੂਪ ਦੀ, ਜੋ ਕਿ ਅੱਜ ਦੇ ਸਮੇਂ ਵਿੱਚ ਸਾਨੂੰ ਸਿੱਖੀ ਸਰੂਪ ਸੰਭਾਲਣ ਦੀ ਲੋੜ ਹੈ। ਕਿਉਂ ਅਸੀਂ ਅੱਜ ਛੱਡ ਰਹੇ ਹਾਂ ਫੈਸ਼ਨ ਕਰਕੇ? ਅਸੀਂ ਆਖ ਦਿੰਦੇ ਹਾਂ ਨਹੀਂ ਨਹੀਂ ਜੀ, ਸਾਨੂੰ ਦਾੜਾ ਔਰ ਕੇਸ ਸੰਭਾਲਣੇ ਬੜੇ ਔਖੇ ਲੱਗਦੇ ਹਨ। ਮੈਂ ਖੁਦ ਵੇਖਦਾ ਹਾਂ ਕਿ ਮਾਵਾਂ ਇਹ ਆਖ ਦਿੰਦੀਆਂ ਨੇ ਬੱਚੇ ਨੂੰ, ਬਈ ਇਤਨੇ ਲੰਮੇ ਕੇਸ ਤੇਰੇ, ਮੇਰੇ ਕੋਲੋਂ ਰੋਜ਼-ਰੋਜ਼ ਤੇਰਾ ਜੂੜਾ ਨਹੀਂ ਕੀਤਾ ਜਾਂਦਾ। ਤੇ ਇੱਕ ਦਿਨ ਬੱਚਾ ਇਹ ਗੱਲਾਂ ਸੁਣ ਸੁਣ ਕੇ ਪੰਜਾਬ ਵੱਲ ਆਪ ਜਾਓ, ਉੱਥੇ ਤੇ ਬਹੁਤ ਬੁਰਾ ਹਾਲ ਹੋਇਆ ਪਿਆ ਹੈ। ਬੱਚਾ ਜਾ ਕੇ ਨਾਈ ਦੀ ਦੁਕਾਨ ਤੇ ਦਾੜੀ, ਕੇਸ, ਇਹ ਸਭ ਕੁਝ ਕਤਲ ਕਰਾ ਕੇ ਘਰ ਦੇ ਵਿੱਚ ਵਾਪਸ ਆ ਜਾਂਦਾ ਹੈ। ਤੋ ਅਸੀਂ ਦੇਖੋ ਸਿੱਖੀ ਸਰੂਪ ਤੋਂ ਆਪਣੇ ਆਪ ਦੂਰ ਹੋ ਗਏ, ਆਪਣੇ ਬੱਚਿਆਂ ਨੂੰ ਦੂਰ ਕਰ ਦਿੱਤਾ। ਲੋੜ ਸੀ ਇਸ ਸਰੂਪ ਨੂੰ ਸੰਭਾਲਣ ਦੀ, ਕਿਉਂਕਿ ਜਿਹੜਾ ਸਿੱਖੀ ਦਾ ਸਰੂਪ ਸੰਭਾਲੇਗਾ, ਜਿਹੜਾ ਸਿੱਖੀ ਨੂੰ ਸੰਭਾਲਣ ਦਾ ਜਿਹੜਾ ਬੈਰੂਨੀ ਰੂਪ ਹੈ, ਬਾਹਰਲਾ ਰੂਪ ਹੈ, ਜੋ ਕੇਸ, ਜੋ ਦਾੜਾ ਸਾਨੂੰ ਬਖਸ਼ਿਆ ਹੈ ਸਤਿਗੁਰੂ ਜੀ ਨੇ, ਜੋ ਸਾਨੂੰ ਰਹਿਤ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ ਹੈ, ਜਿਹੜਾ ਉਸ ਰਹਿਤ ਦੇ, ਉਸ ਨਿਯਮ ਦੇ ਅਨੁਸਾਰ ਆਪਣਾ ਜੀਵਨ ਬਸਰ ਕਰੇਗਾ, ਉਹ ਸਿੱਖੀ ਸਰੂਪ ਨੂੰ ਸੰਭਾਲਣ ਤੋਂ ਬਾਅਦ ਗੁਰੂ ਸਾਹਿਬ ਜੀ ਦੀ ਖੁਸ਼ੀ ਦਾ ਪਾਤਰ ਬਣੇਗਾ। ਇੰਪੋਰਟੈਂਸ ਇਹ ਹੈ ਇੱਕ ਹੋਰ, ਕਿ ਇਹ ਸਾਡੀ ਇੱਕ ਵੱਖਰੀ, ਇੱਕ ਨਿਆਰੇਪਨ ਦੀ ਪਛਾਣ ਦੀ ਨਿਸ਼ਾਨੀ ਹੈ। ਤੁਸੀਂ ਵੇਖੋ, ਜੇਕਰ ਅਸੀਂ ਬਿਲਕੁਲ ਸਾਡੀ ਇੱਕ ਡਿਫਰੈਂਟ ਆਇਡੈਂਟੀਟੀ ਦੀ, ਇੱਕ ਯੂਨੀਕ ਆਇਡੈਂਟੀਟੀ ਦੀ ਇੱਕ ਨਿਸ਼ਾਨੀ ਹੈ। ਇਟਸ ਅ ਸਾਈਨ ਆਫ ਅਰ ਯੂਨੀਕ ਆਇਡੈਂਟੀਟੀ। ਲੱਖਾਂ ਦੇ ਵਿੱਚ ਇੱਕ ਸਿੱਖ ਖਲੋਤਾ ਹੋਵੇ, ਉਹਦੀ ਪਛਾਣ ਆਪਣੇ ਆਪ ਹੋ ਜਾਂਦੀ ਹੈ। ਇਹ ਬੜੀ ਵੱਡੀ ਵਿਲੱਖਣਤਾ ਹੈ। ਆਪ ਜੀ ਦੇਖੋ ਪਿਛਲੇ ਸਮਿਆਂ ਦੇ ਵਿੱਚ ਜਦੋਂ ਇਤਨਾ ਸੰਸਾਰ ਦੇ ਵਿੱਚ ਕੋਵਿਡ ਦਾ ਪ੍ਰਕੋਪ ਫੈਲਿਆ, ਤੇ ਸਾਰੇ ਸੰਸਾਰ ਦੇ ਵਿੱਚ ਤੁਹਾਨੂੰ ਇਹ ਕੇਸਾਧਾਰੀ ਔਰ ਦਸਤਾਰ ਵਾਲੇ ਸੇਵਾ ਕਰਦੇ ਹੋਏ ਨਜ਼ਰ ਆਏ। ਕੇਰਲਾ ਦੇ ਵਿੱਚ, ਸਾਊਥ ਦੇ ਵਿੱਚ ਜਦੋਂ ਫਲੱਡਸ ਆਈਆਂ, ਸੋਸ਼ਲ ਮੀਡੀਆ ਵਿੱਚ ਬੜਾ ਉਸ ਵੇਲੇ ਇਹ ਇੱਕ ਜ਼ਿਕਰ ਆਇਆ ਸੀ ਕਿ ਪਰਮਾਤਮਾ ਪੱਗ ਬਨ ਕੇ ਕੇਰਲਾ ਦੇ ਵਿੱਚ ਘੁੰਮਦਾ ਪਿਆ ਹੈ। ਤੇ ਆਪ ਜੀ ਨੇ ਵੀ ਪੜਿਆ ਹੋਵੇਗਾ ਵੀ ਪਰਮਾਤਮਾ ਪੱਗ ਬਨ ਕੇ, ਦਾੜੀ ਮੁੱਛਾਂ ਰੱਖ ਕੇ, ਕੇਸਾਧਾਰੀ ਹੋ ਕੇ ਤੇ ਕੇਰਲਾ ਦੀ ਧਰਤੀ ਤੇ ਫਿਰ ਰਿਹਾ ਹੈ। ਉਹਨਾਂ ਨੇ ਕਿਹਾ ਕਿ ਸਾਡੇ ਲਈ ਇਹ ਸਿੱਖ ਹੀ ਰੱਬ ਹਨ। ਇਹ ਸਾਡੀ ਇੱਕ ਯੂਨੀਕ ਆਇਡੈਂਟੀਟੀ ਦੀ ਨਿਸ਼ਾਨੀ ਵੀ ਹੈ। ਔਰ ਸਭ ਤੋਂ ਵੱਡੀ ਗੱਲ, ਅਸਾਂ ਨੇ ਇਹ ਸਰੂਪ ਕਿਉਂ ਸੰਭਾਲਣਾ ਹੈ, ਇਹਦੇ ਪਿੱਛੇ ਕੋਈ ਲੌਜਿਕ, ਕੋਈ ਦਲੀਲ ਨਹੀਂ, ਸਿਰਫ ਇੱਕ ਗੱਲ ਕਿ ਸਾਡੇ ਗੁਰੂ ਦਾ ਹੁਕਮ ਹੈ। ਹੁਕਮ ਦੇ ਅੱਗੇ ਕੋਈ ਦਲੀਲ, ਕੋਈ ਲੌਜਿਕ ਨਹੀਂ ਚੱਲਦਾ। ਜੇ ਗੁਰੂ ਨੇ ਹੁਕਮ ਦੇ ਦਿੱਤਾ ਕਿ ਸਿੱਖ ਨੇ ਇਸ ਸਰੂਪ ਨੂੰ ਸੰਭਾਲਣਾ ਹੈ, ਕਦੀ ਵੀ ਸਿੱਖ ਨੇ ਇਸ ਸਰੂਪ ਨੂੰ ਤਿਲਾਂਜਲੀ ਨਹੀਂ ਦੇਣੀ, ਤੇ ਸੱਚ ਜਾਣਨਾ ਗੁਰੂ ਦੇ ਹੁਕਮ ਦੇ ਅੱਗੇ ਸਿੱਖ ਨੇ ਆਪਣਾ ਸੀਸ ਨਿਵਾਉਣਾ ਹੈ ਔਰ ਆਖ ਦੇਣਾ, ਪਾਤਸ਼ਾਹ ਮੈਂ ਇਸ ਸਰੂਪ ਨੂੰ ਸੰਭਾਲਣ ਲਈ ਤਿਆਰ ਹਾਂ। ਮੈਂ ਦੁਨੀਆ ਵੱਲ ਨਹੀਂ ਵੇਖਣਾ ਕਿ ਦੁਨੀਆ ਦਾ ਕੈਸਾ ਸਰੂਪ ਹੈ ਜਾਂ ਦੁਨੀਆ ਕਿਸ ਤਰੀਕੇ ਦਾ ਆਪਣਾ ਬਾਹਰਲਾ ਰੂਪ ਬਣਾ ਰਹੀ ਹੈ। ਮੈਂ ਤੇਰੇ ਵੱਲ ਵੇਖ ਕੇ ਤੇਰਾ ਗੁਰਸਿੱਖ ਬਣ ਕੇ ਇਸ ਸਰੂਪ ਨੂੰ ਮੈਂ ਸੰਭਾਲਣਾ ਹੈ। ਇਹ ਇੰਪੋਰਟੈਂਸ ਹੈ ਸਾਡੇ ਸਿੱਖੀ ਸਰੂਪ ਦੀ। ਔਰ ਕੀ ਹੈ ਸਰੂਪ? ਸਰੂਪ ਦਾ ਅਰਥ ਫਿਰ ਮੈਂ ਕਰਦਿਆਂ, ਸਰੂਪ ਮੀਨਸ ਉਹੀ ਰੂਪ, ਉਹੀ ਸ਼ਕਲ, ਉਹੀ ਦਿੱਖ ਜੋ ਸਾਡੇ ਗੁਰੂ ਦੀ ਸੀ, ਜੋ ਸਾਡੇ ਗੁਰੂ ਨੇ ਸਾਨੂੰ ਬਖਸ਼ਿਸ਼ ਕੀਤੀ ਹੈ। ਬਹੁਤ ਸੋਹਣੀ ਤਰ੍ਹਾਂ ਭਾਈ ਸਾਹਿਬ ਜੀ ਤੁਹਾਨੂੰ ਐਕਸਪਲੇਨ ਕੀਤਾ ਹੈ। ਐਂਡ ਆਈ ਰੀਲੀ ਹੋਪ ਕਿ ਸਾਡੇ ਬੱਚਿਆਂ ਨੂੰ ਵੀ ਇਹ ਤੁਹਾਡੇ ਸਮਝਾਇਆ ਹੋਇਆ, ਪੂਰੀ ਮੇਰੇ ਖਿਆਲ ਸਾਰੇ ਵੱਡਿਆਂ ਨੂੰ, ਬੱਚਿਆਂ ਨੂੰ, ਸਭ ਨੂੰ ਸਮਝ ਆਇਆ। ਤੇ ਇੱਕ ਬੜੀ ਹੀ ਬੇਸਿਕ ਕੁਐਸਚਨ ਜੋ ਮੈਂ ਦੇਖਿਆ ਬਹੁਤ ਲੋग ਮੈਨੂੰ ਪੁੱਛਦੇ ਵੀ ਹੁੰਦੇ ਸੀ यही ਗੱਲ कि उस वक्त तो आपके गुरुजी ने ऐसे आपको आइडेंटिटी दी थी, मगर अब क्या, अब आप लोग क्यों नहीं करते? व्हाई डोंट यू कट योर हेयर? दिस इज समथिंग, क्योंकि मेरे ख्याल नाल बाकी तो सब कुछ फिर भी फ्लेक्सिबल है या ऐसा कुछ नहीं, बट एक जो स्ट्रॉन्ग आइडेंटिटी है इन टर्म्स ऑफ अ टर्बन and uncut hair, this is something which a lot of people ask and have asked me also personally। और मैनू आज खुद भी कई चीज़ां दी बहुत एक आइडेंटिटी दा जरूर मैनू पता सी, पर जिस तरह तुहाने दो तीन गल्लां होर दसियां कि गुरु दे अपने अपने अंदर गुरु जी दे दर्शन इस तरह लगता है कि दर्शन हो रहे। दिस वाज समथिंग वेरी ब्यूटीफुल जो मैनू भी आज पता लगी और मैनू महसूस हुई जिस वक्त तुसी ये गल कीती। apart from the other 2 points that you gave, एक ते सारे और सब तो वड्डी गल कि अगर हुक्म है सारे गुरु जी दा तां ਅਸੀਂ ਉਸਨੂੰ ਕੋਈ ਉਸ ਤੋਂ ਬਿਯੋਂਡ ਕੋਈ ਕੁਐਸਚਨ ਨਹੀਂ ਅਰਾਈਜ਼ ਹੁੰਦਾ। ਥੈਂਕ ਯੂ ਸੋ ਮਚ ਭਾਈ ਸਾਹਿਬ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਐਂਡ ਆਈ ਹੋਪ ਇਸ ਸੈਸ਼ਨ ਦੇ ਨਾਲ ਸਭ ਨੂੰ ਬੈਨੀਫਿਟ ਹੋਇਆ ਹੋਵੇਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।